ਵਾਇਸ ਆਫ ਇੰਡੀਆ ਦੇ ਪ੍ਰੋਗਰਾਮ ਕਲਮਾਂ ਦੇ ਕਾਫਲੇ ਵਿੱਚ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀ। ਸਾਡੇ ਨਾਲ ਅੱਜ ਕੈਲਗਰੀ ਤੋਂ ਸਾਡੇ ਭੈਣ ਜੀ ਸੁਰਿੰਦਰਜੀਤ ਪ੍ਰੋਗਰਾਮ ਵਿੱਚ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ ਭੈਣ ਜੀ ਸੁਰਿੰਦਰਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਕਲਮਾਂ ਦੇ ਕਾਫਲੇ ਵਿੱਚ। ਹਾਂਜੀ, ਪਹਿਲਾਂ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਕਲਮਾਂ ਦੇ ਕਾਫਲੇ ਦੇ ਸਾਰੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਭੈਣ ਜੀ ਅਸੀਂ ਪਹਿਲਾਂ ਵੀ ਇੱਕ ਵਾਰੀ ਤੁਹਾਡੇ ਨਾਲ ਪ੍ਰੋਗਰਾਮ ਕੀਤਾ ਸੀਗਾ ਕਲਮਾਂ ਦੇ ਕਾਫਲੇ ਵਿੱਚ। ਉਦੋਂ ਵੀ ਤੁਸੀਂ ਆਪਣੀਆਂ ਬਹੁਤ ਖੂਬਸੂਰਤ ਰਚਨਾਵਾਂ ਜਿਹੜੀਆਂ ਉਹ ਸਾਡੇ ਦਰਸ਼ਕਾਂ ਨਾਲ, ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ ਸੀ। ਮੈਂ ਦੱਸਣਾ ਚਾਹੁੰਦਾ ਕਿ ਇਹ ਪ੍ਰੋਗਰਾਮ ਫੇਸਬੁੱਕ ਤੇ ਔਰ YouTube ਤੇ ਲਾਈਵ ਸਾਡੇ ਦਰਸ਼ਕ ਦੇਸ਼ ਵਿਦੇਸ਼ ਜਿੱਥੇ ਵੀ ਬੈਠੇ ਸੁਣ ਰਹੇ ਹੋਣਗੇ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਪ੍ਰੋਗਰਾਮ ਅਸੀਂ ਦੂਜੀ ਵੇਰ ਇਹ ਭੈਣ ਜੀ ਦੇ ਨਾਲ ਕਰ ਰਹੇ ਹਾਂ। ਭੈਣ ਜੀ ਬਹੁਤ ਵੱਡੇ ਉੱਘੇ ਸ਼ਾਇਰਾਂ ਨੇ ਔਰ ਹਰ ਵਾਰੀ ਜਦੋਂ ਵੀ ਸਮਾਜ ਦੇ ਵਿੱਚ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਸਾਡੀ ਸੁਸਾਇਟੀ ਦੇ ਵਿੱਚ, ਤੇ ਉਹਨੂੰ ਤੱਟ ਫੱਟ ਆਪਣੇ ਕਲਮ ਦੇ ਨਾਲ ਕਲਮਬੱਧ ਕਰਕੇ ਆਪਦੇ ਪਾਠਕਾਂ ਦੇ ਸਾਹਮਣੇ ਰੱਖਦੇ ਆ। ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਐਡੀ ਦੂਰ ਬੈਠ ਕੇ ਵੀ ਸਾਡੇ ਕਵੀ ਲੋਕ, ਕਵੀ ਭੈਣ ਭਰਾ ਜਿਹੜੇ ਨੇ, ਉਹ ਸਾਡੀਆਂ ਸਾਰੀਆਂ ਦੁਸ਼ਵਾਰੀਆਂ ਨੂੰ, ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਆਪਣੀਆਂ ਮੁਸ਼ਕਲਾਂ ਸਮਝ ਕੇ, ਆਪਣੇ ਦਿਲ ਦੀ ਵੇਦਨਾ ਸਮਝ ਕੇ ਉਹ ਆਪਣੀ ਕਲਮ ਦੇ ਨਾਲ ਬਹੁਤ ਵਧੀਆ ਸ਼ਬਦਾਵਲੀ ਦੇ ਫੁੱਲਾਂ ਵਿੱਚ ਪਰੋ ਕੇ ਸਾਡੇ ਪਾਠਕਾਂ ਦੇ ਸਾਹਮਣੇ ਰੱਖਦੇ ਆ। ਉਂਝ ਬੇਸ਼ੱਕ ਇਹ ਉਲਾਂਭਾ ਰਹਿੰਦਾ ਕਿ ਹੁਣ ਪੰਜਾਬੀ ਦੇ ਪੋਇਟ ਜਿਹੜੇ ਆ ਉਹ ਬੜੇ ਘੱਟ ਹੈ, ਜਿਹੜੇ ਘੱਟ ਹੈ ਉਹਨਾਂ ਨੂੰ ਕੋਈ ਪੜ੍ਹਦਾ ਨਹੀਂ। ਪਰ ਸੁਰਿੰਦਰਜੀਤ ਅਜਿਹੀ ਕਵਿੱਤਰੀ ਹੈ ਜਿਨ੍ਹਾਂ ਦੇ ਬਾਰੇ ਮਾਣ ਨਾ ਕਿਹਾ ਜਾ ਸਕਦਾ ਕਿ ਉਹਨਾਂ ਦੀ ਸ਼ਾਇਰੀ ਨੂੰ ਬਹੁਤ ਵੱਡੇ ਤਬਕੇ ਵੱਲੋਂ, ਬਹੁਤ ਵੱਡੇ ਸਰੋਤਿਆਂ ਦੇ ਵੱਲੋਂ, ਪਾਠਕਾਂ ਵੱਲੋਂ ਬਹੁਤ ਵੱਡਾ ਮਾਣ ਸਤਿਕਾਰ ਜਿਹੜਾ ਦਿੱਤਾ ਜਾਂਦਾ ਹੈ। ਭੈਣ ਜੀ ਤੁਸੀਂ ਧੰਨਵਾਦ ਦੇ ਪਾਤਰ ਹੋ। ਤੁਸੀਂ ਪਿੱਛੇ ਜਿਹੇ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਬਹੁਤ ਖੂਬਸੂਰਤ ਗੀਤ ਇੱਕ ਲਿਖਿਆ ਸੀਗਾ ਔਰ ਉਹ ਬੜਾ ਪਾਪੂਲਰ ਵੀ ਹੋਇਆ। ਉਂਝ ਵੀ ਤੁਸੀਂ ਜਦੋਂ ਕੋਈ ਘਟਨਾ ਵਾਪਰਦੀ ਹੈ, ਹੁਣੇ ਹੀ ਜਦੋਂ ਵਾਰਾਣਸੀ ਦੇ ਵਿੱਚ ਗੰਗਾ ਦੇ ਕੰਢੇ ਲਾਸ਼ਾਂ ਜਿਹੜੀਆਂ ਉਹ ਦੇਖੀਆਂ ਗਈਆਂ, ਉਹ ਲਾਸ਼ਾਂ ਜਿਨ੍ਹਾਂ ਨੂੰ ਪੂਰੇ ਇੱਜ਼ਤ ਮਾਣ ਦੇ ਨਾਲ ਉਹਨਾਂ ਦਾ ਸੰਸਕਾਰ ਵੀ ਨਹੀਂ ਕੀਤਾ ਗਿਆ, ਉਹ ਲੋਕ ਜਿਨ੍ਹਾਂ ਨੂੰ ਇੱਥੋਂ ਇੱਜ਼ਤ ਮਾਣ ਨਾਲ ਵਿਦਾ ਵੀ ਨਹੀਂ ਅਸੀਂ ਕਰ ਸਕੇ। ਬੇਸ਼ੱਕ ਉਹਦੇ ਲਈ ਕਸੂਰਵਾਰ ਸੁਸਾਇਟੀ ਵੀ ਹੈ, ਸਰਕਾਰਾਂ ਵੀ ਹੈ, ਪ੍ਰਬੰਧ ਵੀ ਹੈ, ਪਰ ਤੁਸੀਂ ਆਪਣੀ ਕਲਮ ਦੇ ਰਾਹੀਂ ਇਸ ਵੇਦਨਾ ਨੂੰ ਬੜੀ ਖੂਬਸੂਰਤ ਤਰੀਕੇ ਦੇ ਨਾਲ ਸਾਡੇ ਪਾਠਕਾਂ ਦੇ ਸਾਹਮਣੇ ਰੱਖਿਆ। ਔਰ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਕਲਮ ਜਿਹੜੀ ਆ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਤੁਸੀਂ ਇਸੇ ਤਰ੍ਹਾਂ ਹੀ ਨਿਰੰਤਰ ਲਿਖਦੇ ਰਹੋ ਔਰ ਪੰਜਾਬੀ ਮਾਂ ਬੋਲੀ ਦਾ ਜਿਹੜਾ ਮਾਣ ਵਧਾਉਂਦੇ ਰਹੋ। ਤੁਸੀਂ ਹੁਣ ਤੱਕ ਇਸ ਸੰਦਰਭ ਦੇ ਵਿੱਚ ਜੇ ਮੈਂ ਪੁੱਛਣਾ ਚਾਹਾਂ ਤੇ ਮੈਨੂੰ ਲੱਗਦਾ ਕਿ ਬਹੁਤ ਕੋਮਲ ਭਾਵੀ ਕਵਿੱਤਰੀ ਹੋ ਤੁਸੀਂ। ਛੋਟੀ ਜੀ ਗੱਲ ਨੂੰ ਤੁਸੀਂ ਬਹੁਤ ਸੰਜੀਦਗੀ ਦੇ ਨਾਲ ਆਪਣੇ ਦਿਲ ਨੂੰ ਲਾ ਲੈਂਦੇ ਹੋ ਤੇ ਫਿਰ ਕਲਮ ਦੇ ਨਾਲ ਤੁਸੀਂ ਉਹ ਸ਼ਬਦਾਂ ਦਾ ਜਿਹੜਾ ਭੰਡਾਰ ਤੁਹਾਡੇ ਦੇ ਕੋਲ ਹੈ ਉਹ ਪਰੋ ਕੇ ਤੁਸੀਂ ਪਾਠਕਾਂ ਦੇ ਸਾਹਮਣੇ ਰੱਖਦੇ ਹੋ। ਨਿੱਜੀ ਜ਼ਿੰਦਗੀ ਵਿੱਚ ਵੀ ਇੰਨੇ ਸੰਵੇਦਨਸ਼ੀਲ ਹੋ ਕਿ ਕਵਿਤਾ ਦਾ ਜਦੋਂ ਤੁਹਾਡਾ ਮੂਡ ਬਣਦਾ ਲਿਖਣ ਦਾ ਤੇ ਉਦੋਂ ਤੁਹਾਡੀ ਵੇਦਨਾ ਇਸ ਤਰੀਕੇ ਦੀ ਹੁੰਦੀ ਹੈ। ਨਿੱਜੀ ਜ਼ਿੰਦਗੀ ਦਾ ਮੈਂ ਤਾਂ ਪੁੱਛਿਆ, ਪਰਿਵਾਰਕ ਦੇ ਵਿੱਚ ਆਮ ਤੌਰ ਤੇ ਲੇਖਕ ਜਿਹੜੇ ਹੁੰਦੇ ਆ ਉਹ ਕਹਿੰਦੇ ਜੀ ਸਾਡੀ ਪ੍ਰਾਈਵੇਟ ਜ਼ਿੰਦਗੀ, ਨਿੱਜੀ ਜ਼ਿੰਦਗੀ ਹੋਰ ਹੈ, ਲੇਖਕ ਅਸੀਂ ਹੋਰ ਆ। ਪਰ ਬਹੁਤ ਸਾਰੇ ਜਿਹੜੇ ਸੰਵੇਦਨਸ਼ੀਲ ਕਵੀ ਹੈ, ਸੰਵੇਦਨਸ਼ੀਲ ਲੇਖਕ ਆ, ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਜਿਹੜੀ ਸਮਾਜਿਕ ਜ਼ਿੰਦਗੀ ਹੈ ਇੱਕੋ ਹੀ ਹੁੰਦੀ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਵੀਰ ਜੀ, ਮੈਂ ਇਹਦੇ ਮੇਰੀ ਕੋਈ ਨਿੱਜੀ ਜ਼ਿੰਦਗੀ ਤੇ ਸਮਾਜਿਕ ਜ਼ਿੰਦਗੀ ਦੇ ਵਿੱਚ ਬਹੁਤਾ ਫਰਕ ਨਹੀਂ। ਜੇ ਮੈਂ ਕਵਿਤਾ ਲਿਖਣ ਲਈ ਬਹੁਤ ਸੰਵੇਦਨਸ਼ੀਲ ਹਾਂ ਤੇ ਮੈਂ ਆਮ ਜਿਹੜੀਆਂ ਜੀਵਨ ਦੇ ਵਿੱਚ ਘਟਨਾਵਾਂ ਹੁੰਦੀਆਂ ਵੀ ਘਰੇਲੂ ਤੇ ਘਟਨਾਵਾਂ ਜਾਂ ਸਮਾਜਿਕ ਘਟਨਾਵਾਂ, ਮੈਂ ਉਹਨਾਂ ਲਈ ਵੀ ਬਹੁਤ ਸੰਵੇਦਨਸ਼ੀਲ ਹਾਂ, ਰਿਸ਼ਤਿਆਂ ਪ੍ਰਤੀ ਖਾਸ ਕਰਕੇ। ਵੀ ਜਦੋਂ ਵੀ ਕਿਤੇ ਕੋਈ ਰਿਸ਼ਤਾ ਟੁੱਟਦਾ ਹੈ ਤਾਂ ਮੈਨੂੰ ਬਹੁਤ ਪੀੜ ਹੁੰਦੀ ਆ, ਉਹ ਰਿਸ਼ਤਾ ਮੇਰਾ ਹੋਵੇ ਜਾਂ ਕਿਸੇ ਦਾ
ਹੋਰ ਹੋਵੇ। ਮੈਂ ਨਹੀਂ ਸਮਝਦੀ ਕਿ ਮੇਰੀ ਨਿੱਜੀ ਜ਼ਿੰਦਗੀ ਤੇ ਮੇਰੀ ਕਵਿਤਾ ਵਿੱਚ ਕੋਈ ਫਰਕ ਹੈ। ਮੇਰੀ ਜਿਹੜੀ ਕਵਿਤਾ ਹੈ ਨਾ, ਉਹ ਮੇਰੇ ਆਪਣੇ ਬਹੁਤੀ ਜੀਵਨ ਵਿੱਚੋਂ ਹੀ ਆਉਂਦੀ ਆ। ਜੇ ਮੈਂ ਰੁੜਦੀਆਂ ਲਾਸ਼ਾਂ ਕਵਿਤਾ ਲਿਖੀ ਤੇ ਮੈਂ ਆਪਣੇ ਤਨ ਤੇ ਹੰਢਾਈ ਉਹ ਕਵਿਤਾ, ਤੇ ਫਿਰ ਮੈਂ ਲਿਖੀ। ਮੈਂ ਇਹ ਸਮਝਦੀ ਹਾਂ ਕਿ ਮੇਰੇ ਨਿੱਜੀ ਜੀਵਨ ਤੇ ਮੇਰੀ ਕਵਿਤਾ ਦੇ ਵਿੱਚ ਬਹੁਤਾ ਫਰਕ ਨਹੀਂ। ਮੈਂ ਕਵਿਤਾ ਜਿਹੜੀ ਆਪਣੀ ਉਹ ਸਮਾਜ ਵਿੱਚੋਂ ਹੀ, ਆਪਣੇ ਨਿੱਜੀ ਜੀਵਨ ਵਿੱਚੋਂ ਹੀ ਬਹੁਤ ਖੂਬਸੂਰਤ ਗੱਲ ਭੈਣ ਜੀ ਕੀਤੀ ਤੁਸੀਂ। ਨਿੱਜੀ ਜ਼ਿੰਦਗੀ ਅਸਲ ਵਿੱਚ ਕਵੀਆਂ ਦੀ ਹੋਣੀ ਨਹੀਂ ਚਾਹੀਦੀ ਕੋਈ, ਕਿਉਂਕਿ ਉਹ ਸਮਾਜ ਦੀ ਵੇਦਨਾ ਨੂੰ ਸਮਝਦੇ ਆ। ਹਾਂਜੀ ਹਾਂਜੀ ਹਾਂਜੀ। ਸਮਾਜ ਦੇ ਲਈ ਲਿਖਦੇ ਆ, ਆਪਣੇ ਲਈ ਨਹੀਂ ਲਿਖਦੇ। ਜਿਹੜੇ ਆਪਣੇ ਲਈ ਲਿਖਦੇ ਉਹਨਾਂ ਨੂੰ ਲੋਕੀ ਫਿਰ ਆਪਣਾ ਨਹੀਂ ਸਮਝਦੇ। ਤੁਸੀਂ ਸਮਾਜ ਵਾਸਤੇ ਲਿਖਦੇ ਹੋ, ਰਿਸ਼ਤਿਆਂ ਵਾਸਤੇ ਲਿਖਦੇ ਹੋ, ਤੇ ਰਿਸ਼ਤੇ ਇੰਨੇ ਪੀੜੇ ਹੋ ਜਾਂਦੇ ਆ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ। ਉਹ ਪੀੜੇ ਰਿਸ਼ਤੇ ਫਿਰ ਤੁਹਾਡੇ ਜਿਉਂਦੇ ਜੀ ਨਹੀਂ, ਉਸ ਤੋਂ ਬਾਅਦ ਵੀ ਜੀਉਂਦੇ ਰਹਿੰਦੇ। ਇਹ ਰਿਸ਼ਤੇ ਨਿਭਾਉਣੇ ਬੇਸ਼ੱਕ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ, ਪਰ ਜਿਨ੍ਹਾਂ ਦੇ ਵੱਸ ਦੀ ਗੱਲ ਹੈ ਉਹਨਾਂ ਨੇ ਇਤਿਹਾਸ ਸਿਰਜ ਦਿੱਤੇ। ਤੁਸੀਂ ਵੀ ਬਹੁਤ ਰਿਸ਼ਤਿਆਂ ਦੇ ਪ੍ਰਤੀ ਫਿਕਰਮੰਦ ਰਹਿੰਦੇ ਹੋ, ਸਮਾਜ ਬਾਰੇ ਫਿਕਰਮੰਦ ਰਹਿੰਦੇ ਹੋ। ਇਹਦੀ ਕੋਈ ਆਪਾਂ ਜੜ ਲੱਭਣ ਦੀ ਕੋਸ਼ਿਸ਼ ਜੇ ਕਰੀਏ ਤੇ ਕੀ ਕਾਰਨ ਹੈ ਇਹਦੇ ਪਿੱਛੇ? ਇਹਦੇ ਬਾਈ ਜੀ, ਮੈਂ ਇਹ ਸਮਝਦੀ ਹਾਂ ਕਿ ਇਹਦੀ ਜਿਹੜੀ ਜੜ ਆ ਕਿ ਅਸੀਂ ਕਿਉਂ ਇੱਕ ਦੂਸਰੇ ਤੋਂ ਦੂਰ ਜਾ ਰਹੇ ਹਾਂ। ਆਪੋ ਤਾਪ ਜਿਹੜੀ ਸਾਡੀ ਹੈ ਨਾ, ਕਿ ਸਾਰਾ ਕੁਛ ਇਹ ਮੇਰੇ ਕੋਲੇ ਹੋਵੇ ਤੇ ਹੋਰ ਕਿਸੇ ਕੋਲੇ ਨਾ ਹੋਵੇ, ਇਸੇ ਕਰਕੇ ਸਾਡੇ ਜਿਹੜੇ ਰਿਸ਼ਤੇ ਟੁੱਟਦੇ ਆ। ਤੇ ਜਾਂ ਅਸੀਂ, ਮੈਂ ਇਹ ਵੀ ਕਹਿ ਸਕਦੀ ਹਾਂ ਕਿ ਅਸੀਂ ਆਪੋ ਤਾਪੀ ਦੇ ਚੱਕਰ ਵਿੱਚ ਤੇ ਜਾਂ ਇਹ ਸਰਮਾਏਦਾਰੀ ਦੇ ਦੌਰ ਦੇ ਵਿੱਚ ਇੰਨੇ ਅਸੀਂ ਤੇਜ਼ ਦੌੜ ਰਹੇ ਹਾਂ ਕਿ ਅਸੀਂ ਕਈ ਵਾਰੀ ਆਪਣਾ ਆਪ ਵੀ ਭੁੱਲ ਜਾਂਦੇ ਹਾਂ। ਸਾਨੂੰ ਸਿਰਫ ਮਾਇਆ, ਵੱਡੇ ਵੱਡੇ ਘਰ, ਪ੍ਰੋਪਰਟੀ, ਸਾਨੂੰ ਇਹੀ ਕੁਝ ਦਿਸਣ ਲੱਗ ਜਾਂਦਾ ਤੇ ਅਸੀਂ ਆਪਣੇ ਤੋਂ ਵੀ ਦੂਰ ਚਲੇ ਜਾਂਦੇ ਹਾਂ ਇਸ ਦੌੜ ਦੇ ਵਿੱਚ। ਬਿਲਕੁਲ ਠੀਕ ਤੁਹਾਡੀ ਗੱਲ। ਜਦੋਂ ਅਸੀਂ ਅਸਲ ਵਿੱਚ ਮੈਨੂੰ ਲੱਗਦਾ ਵੀ ਇਹਦੇ ਲਈ ਇਹ ਨਿਜ਼ਾਮ ਜਿਹੜਾ, ਇਹ ਸਟਰਕਚਰ ਜਿਹੜਾ ਹੈਗਾ, ਇਹ ਰਿਸਪੋਂਸੀਬਲ ਆ। ਕਈ ਵਾਰੀ ਤਾਂ ਕੋਈ ਇੰਡੀਵਿਜੂਅਲ ਪਰਸਨੈਲਿਟੀ ਜਿਹੜੀ ਆ, ਇੱਕ ਨਿੱਜ ਜਿਹੜਾ, ਉਹ ਸ਼ਾਇਦ ਜ਼ਿੰਮੇਵਾਰ ਘੱਟ ਹੋਏਗਾ। ਆਦਤਾਂ ਦਾ, ਸੁਭਾਅ ਦਾ, ਵਾਤਾਵਰਨ ਦਾ, ਮਾਹੌਲ ਦਾ ਉਹਦੇ ਤੇ ਅਸਰ ਹੋ ਸਕਦਾ। ਬੁਰੇ ਪ੍ਰਭਾਵ ਵੀ ਹੋ ਸਕਦੇ, ਚੰਗੇ ਪ੍ਰਭਾਵ ਵੀ ਹੋ ਸਕਦੇ ਆ। ਪਰ ਕੁੱਲ ਮਿਲਾ ਕੇ ਤਾਂ ਮੈਨੂੰ ਲੱਗਦਾ ਕਿ ਇਸ ਸਾਰੇ ਸਿਸਟਮ ਦਾ ਨੁਕਸ ਹੁੰਦਾ। ਸਿਸਟਮ ਜ਼ਿੰਮੇਵਾਰ ਹੈ ਸਾਰੇ ਕੁਝ ਲਈ, ਪਰ ਇੱਕ ਲੇਖਕ ਮਨ ਜਿਹੜਾ, ਉਹ ਬੜਾ ਸੰਵੇਦਨਸ਼ੀਲ ਮਨ ਹੈ, ਤਾਂ ਹੀ ਤਾਂ ਲਿਖਦੇ ਆ। ਕਲਮ ਜਿਹੜੀ ਆ ਉਹ ਸਾਰਿਆਂ ਦੇ ਕੋਟ ਦੀ ਜੇਬ ਨੂੰ ਪੈਨ ਲੱਗਾ ਹੁੰਦਾ, ਮੇਰੇ ਵੀ ਲੱਗਾ ਹੋਇਆ, ਪਰ ਸਾਰੇ ਲਿਖ ਨਹੀਂ ਸਕਦੇ। ਜਦੋਂ ਅਸੀਂ ਲਿਖਦੇ ਹਾਂ ਜੀ, ਅਸੀਂ ਉਦੋਂ ਆਪਣੇ ਆਪ ਨੂੰ ਸਿਸਟਮ ਤੋਂ ਥੋੜਾ ਜਿਹਾ ਬਾਹਰ ਕੱਢ ਕੇ, ਜਿਵੇਂ ਮੈਂ ਆਪਣੀ ਉਦਾਹਰਨ ਦੇ ਸਕਦੀ ਹਾਂ, ਜਦੋਂ ਮੈਂ ਲਿਖਦੀ ਹਾਂ ਜਾਂ ਮੈਂ ਸਿਸਟਮ ਤੇ ਕੋਈ ਚੋਟ ਲਾਉਂਦੀ ਹਾਂ ਤੇ ਉਦੋਂ ਮੈਂ ਸਿਸਟਮ ਦਾ ਹਿੱਸਾ ਨਹੀਂ ਬਣਦੀ ਗੀ। ਉਦੋਂ ਮੈਂ ਸਿਸਟਮ ਤੋਂ ਆਪਣੇ ਆਪ ਨੂੰ ਬਾਹਰ ਕੱਢ ਕੇ ਫਿਰ ਕੋਈ ਰਚਨਾ ਲਿਖੀ ਜਾਂਦੀ ਹੈ। ਤੇ ਜੇ ਮੈਂ ਸਿਸਟਮ ਦਾ ਹਿੱਸਾ ਹੀ ਬਣ ਜਾਵਾਂ ਜਾਂ ਉਸ ਵਹਿੰਦੇ ਦਰਿਆ ਵਿੱਚ, ਲਹਿਰਾਂ ਦੇ ਵਿੱਚ ਹੀ ਰੁੜੀ ਜਾਵਾਂ, ਤੇ ਗੱਲ ਤਾਂ ਹੈਗਾ, ਉਹਦੇ ਸਵਾਦ ਤਾਂ ਹੈਗਾ ਵੀ ਦਰਿਆ ਦੇ ਵਹਾਅ ਦੇ ਉਲਟ ਤਰਨ ਵਿੱਚ ਆ। ਤੇ ਜੇ ਮੈਂ ਸਿਸਟਮ ਦੇ ਵਿੱਚ ਹੀ ਘੁਲ ਮਿਲ ਜਾਵਾਂ ਤੇ ਫਿਰ ਮੈਂ ਸਿਸਟਮ ਨੂੰ ਕਿਸ ਤਰ੍ਹਾਂ ਨਿੰਦ ਸਕਦੀ ਹਾਂ ਜਾਂ ਸਿਸਟਮ ਤੇ ਕਿਸ ਤਰ੍ਹਾਂ ਕੋਈ ਚੋਟ ਲਾ ਸਕਦੀ ਹਾਂ। ਮੇਰੀ ਕਵਿਤਾ ਵੀ ਇੱਕ ਸਿਸਟਮ ਹੀ ਬਣ ਜਾਏਗੀ। ਹਾਂਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਤੁਸੀਂ ਤਾਂ ਸਿਸਟਮ ਨੂੰ ਵੰਗਾਰਿਆ ਸਗੋਂ। ਹਾਂਜੀ ਹਾਂਜੀ। ਜਿਵੇਂ ਤੁਸੀਂ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਜਿਹੜੀਆਂ ਰਚਨਾਵਾਂ ਰਚੀਆਂ, ਕਵਿਤਾਵਾਂ ਲਿਖੀਆਂ, ਉਹ ਕਵਿਤਾਵਾਂ ਬੜੀਆਂ ਪਾਪੂਲਰ ਹੋਈਆਂ, ਮਕਬੂਲ ਹੋਈਆਂ। ਤੁਸੀਂ ਤਾਂ ਸਿਸਟਮ ਨੂੰ ਸਗੋਂ ਵੰਗਾਰਿਆ। ਤੁਸੀਂ ਜੇ ਦੇਖੋ, ਦੋ ਤਰ੍ਹਾਂ ਦੀ ਗੱਲ ਹੈ। ਇੱਕ ਤਾਂ ਹੈਗਾ ਕਿ ਤੁਸੀਂ ਸਿਸਟਮ ਦਾ ਹਿੱਸਾ ਬਣ ਜਾਵੋ, ਦੂਜਾ ਹੈ ਕਿ ਉਸ ਗੰਦੇ ਸੜੇ ਨਿਜ਼ਾਮ ਨੂੰ ਜਿਹੜਾ ਲਲਕਾਰੋ, ਵੰਗਾਰੋ, ਤੇ ਤੀਸਰਾ ਇਹ ਹੁੰਦਾ ਕਿ ਤੁਸੀਂ ਇੱਕ ਸੂਤਰਧਾਰ ਦਾ ਰੋਲ ਅਦਾ ਕਰੋ। ਤੁਸੀਂ ਮੈਨੂੰ ਲੱਗਦਾ ਕਿ ਸਿਸਟਮ ਨੂੰ ਵੰਗਾਰਨ ਵਾਲਾ ਜਿਹੜਾ ਸੀਗਾ ਜੋਖਮ ਭਰਿਆ ਕੰਮ, ਜਿਹੜਾ ਜੋਖਮ ਭਰੀ ਜ਼ਿੰਮੇਵਾਰੀ ਜਿਹੜੀ ਨਿਭਾ ਰਹੇ ਹੋ, ਇਹ ਹੈ ਤਾਂ ਦੇਖਣ ਸੁਣਨ ਨੂੰ ਗੱਲ ਬੜੀ ਚੰਗੀ ਲੱਗਦੀ ਹੈ ਕਿ ਇੱਕ ਕਵੀ ਵੱਲੋਂ ਸਿਸਟਮ ਨੂੰ ਵੰਗਾਰਿਆ ਜਾ ਰਿਹਾ। ਪਰ ਸਮਾਜਿਕ ਤੌਰ ਤੇ ਕਈ ਵਾਰੀ ਇਹ ਗੱਲਾਂ ਪ੍ਰਵਾਨ ਹੁੰਦੀਆਂ, ਕਈ ਵਾਰੀ ਨਹੀਂ ਹੁੰਦੀਆਂ। ਸੂਤਰਧਾਰ ਨੂੰ ਤਾਂ ਉਹ ਅਸੈਪਟ ਕਰ ਲੈਂਦਾ ਸਮਾਜ, ਪਰ ਇੱਕ ਬਾਗੀ ਨੂੰ ਅਸੈਪਟ ਨਹੀਂ ਕਰਦਾ। ਹਾਂਜੀ ਹਾਂਜੀ ਹਾਂਜੀ। ਤੇ ਇੱਕ ਬਾਗੀ ਲੇਖਕ ਦੇ ਤੌਰ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਨਾਮ ਉਹਨਾਂ ਬਾਗੀ ਲੇਖਕਾਂ ਦੇ ਵਿੱਚ ਹੋਵੇ ਜਿਹੜੇ ਸਿਸਟਮ ਨੂੰ ਸੱਚੀ ਮੁੱਚੀ ਤਬਦੀਲ ਕਰਨਾ ਚਾਹੁੰਦੇ, ਬਦਲ ਦੇਣਾ ਚਾਹੁੰਦੇ, ਇਸ ਗੰਦੇ ਨਿਜ਼ਾਮ ਨੂੰ
ਤੋਂ ਲੋਕਾਂ ਦਾ ਛੁਟਕਾਰਾ ਕਰਵਾਉਣਾ ਚਾਹੁੰਦੇ? ਜੀ ਬਿਲਕੁਲ, ਹਰ ਕੋਈ ਚਾਹੁੰਦਾ, ਜਿਹੜਾ ਵੀ ਸੰਵੇਦਨਸ਼ੀਲ ਆ, ਮੈਂ ਵੀ ਚਾਹੁੰਦੀ ਹਾਂ, ਤੁਸੀਂ ਵੀ ਚਾਹੁੰਦੇ ਆ। ਜਦੋਂ ਅਸੀਂ ਸਮਾਜ ਦੇ ਉਹ ਸਰਮਾਏਦਾਰੀ ਦੇ ਪੁੜਾਂ ਦੇ ਵਿੱਚ ਪੀਸੇ ਜਾਂਦੇ ਆ ਤੇ ਅਸੀਂ ਜ਼ਰੂਰ ਉਹਦੇ ਤੋਂ ਆਜ਼ਾਦ ਹੋਣਾ ਚਾਹੁੰਦੇ ਆ। ਅਸੀਂ ਭੁੱਖ, ਜਿਵੇਂ ਨਾਰੇਲਾ ਭੁੱਖ, ਗਰੀਬੀ, ਇਹਨਾਂ ਚੀਜ਼ਾਂ ਤੋਂ ਅਸੀਂ ਆਜ਼ਾਦ ਹੋਣਾ ਚਾਹੁੰਦੇ ਆ। ਅਸੀਂ ਚਾਹੁੰਦੇ ਇੱਕ ਵਧੀਆ ਸਮਾਜ ਹੋਵੇ ਜਿੱਥੇ ਸਾਰੇ ਸਭ ਨੂੰ ਇੱਕੋ ਜਿਹਾ ਖਾਣ ਪੀਣ ਨੂੰ ਮਿਲੇ, ਇੱਕੋ ਜਿਹਾ ਰਹਿਣ ਸਹਿਣ ਨੂੰ ਮਿਲੇ, ਚੰਗੀਆਂ ਸਾਨੂੰ ਨੌਕਰੀਆਂ ਮਿਲਣ, ਸਾਡੇ ਬੱਚੇ ਚੰਗੀ ਐਜੂਕੇਸ਼ਨ ਪ੍ਰਾਪਤ ਕਰਨ। ਤੇ ਇਹ ਹਰ ਇੱਕ ਦਾ ਮਕਸਦ, ਹਰ ਇੱਕ ਦੀ ਖਾਹਿਸ਼ ਹੁੰਦੀ ਆ ਕਿ ਅਸੀਂ ਇੱਕ ਐਸੇ ਸਮਾਜ ਦੇ ਵਿੱਚ ਰਹੀਏ। ਤੇ ਉਸ ਤਰ੍ਹਾਂ ਦਾ ਸਮਾਜ ਬਣਾਉਣਾ ਜਿਹੜਾ, ਉਹ ਵੀ ਸਾਡਾ ਫਰਜ਼ ਬਣਦਾ, ਕਿਉਂਕਿ ਅਸੀਂ ਸਮਾਜ ਦਾ ਹਿੱਸਾ। ਬਿਲਕੁਲ। ਉਂਝ ਤਾਂ ਜੀ ਅਸੀਂ ਦੂਸਰੀ ਵਾਰੀ ਇਸੇ ਪ੍ਰੋਗਰਾਮ 'ਚ ਤੁਹਾਡੇ ਨਾਲ ਮੁਲਾਕਾਤ ਕਰ ਰਹੇ ਹਾਂ, ਪਰ ਬਹੁਤ ਸਾਰੇ ਦਰਸ਼ਕ ਸਾਡੇ ਨਾਲ ਨਵੇਂ ਜੁੜਦੇ ਆ, ਸਰੋਤੇ ਸਾਡੇ ਨਾਲ ਨਵੇਂ ਜੁੜਦੇ ਆ। ਮੈਂ ਉਹਨਾਂ ਨੂੰ ਜਿਹੜਾ ਇਹ ਤੁਹਾਡੇ ਮੂੰਹੋਂ ਤੁਹਾਡਾ ਦੁਆਰਫ ਕਰਾਉਣਾ ਚਾਹੁੰਦਾ। ਤੁਸੀਂ ਆਪਣਾ ਪਿਛੋਕੜ ਦੱਸੋ ਜੀ। ਆਪਾਂ ਗੱਲ ਸ਼ੁਰੂ ਇੱਥੋਂ ਕਰਦੇ ਹਾਂ। ਇਹ ਕਵਿਤਾ ਲਿਖਣੀ, ਇਹ ਬਾਗੀ ਦਿਮਾਗ ਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਆਉਣੀਆਂ ਕਿ ਸਮਾਜ ਨੂੰ ਬਦਲਣਾ ਚਾਹੀਦਾ, ਸਮਾਜ ਦੇ ਵਿੱਚ ਇਹ ਜਿਹੜੀਆਂ ਕੁਰੀਤੀਆਂ ਹੈਗੀਆਂ ਨਹੀਂ ਹੋਣੀਆਂ ਚਾਹੀਦੀਆਂ, ਸਾਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਇਹ ਗੱਲਾਂ ਦੀਆਂ ਭਾਵਨਾਵਾਂ ਕਿੱਥੋਂ ਆਈਆਂ? ਕੋਈ ਪਿਛੋਕੜ ਇਸ ਤਰੀਕੇ ਦਾ ਹੈਗਾ ਸੀ, ਜਾਂ ਸਮਾਜ ਦੇ ਵਿੱਚ ਵਿਚਰਦਿਆਂ ਤੁਸੀਂ ਮਹਿਸੂਸ ਕੀਤਾ ਕਿ ਇਹ ਕੰਮ ਕਰਨਾ ਮੇਰੇ ਹਿੱਸੇ ਆਇਆ? ਗੱਲ ਇਸ ਤਰ੍ਹਾਂ ਜੀ, ਮੈਂ 1974 ਤੋਂ 76 ਨੂੰ ਭਾਰਤ ਤੋਂ ਕੈਲਗਰੀ ਆਈ ਤੇ ਮੈਂ ਅੱਜ ਤੱਕ ਇੱਥੇ ਰਹੀ ਜਾਂਦੀ ਹਾਂ। ਪਰ ਹੁਣ ਮੈਂ ਕੈਲਗਰੀ ਨਹੀਂ, ਕੈਲਗਰੀ ਦੇ ਨਾਲ ਛੋਟਾ ਜਿਹਾ ਸ਼ਹਿਰ ਹੈ ਚੈਸਟਮੇਰ, ਉੱਥੇ ਰਹਿੰਦੀ ਹਾਂ। ਜਿਹੜੀ ਬਾਗੀ ਤਬੀਅਤ ਹੈ ਜੀ, ਉਹ ਜਦੋਂ ਮੈਂ ਉੱਥੇ ਤਾਂ ਮੈਂ ਸਿਰਫ ਇੱਕ ਸਟੂਡੈਂਟ ਸੀ। ਮੈਂ ਉੱਥੋਂ BSc ਕਰਕੇ ਆਈ, ਮੈਂ ਉੱਥੋਂ ਕੋਈ ਸਰਵਿਸ ਨਹੀਂ ਕੀਤੀ। ਪਰ ਉੱਥੇ ਵੀ ਮੇਰਾ ਇਸ ਤਰ੍ਹਾਂ ਦਾ ਸੁਭਾਅ ਸੀ, ਜਦੋਂ ਵੀ ਕੋਈ ਕੁੜੀਆਂ ਨਾਲ ਕੋਈ ਬਦਸਲੂਕੀ ਹੁੰਦੀ ਸੀ ਵਾਰਡਨ ਵੱਲੋਂ, ਜਾਂ ਕਿਸੇ ਹੋਰ ਤਰ੍ਹਾਂ ਮੈਸ ਦੇ ਵਿੱਚ ਚੰਗੀ ਰੋਟੀ ਨਾ ਮਿਲਣੀ, ਤਾਂ ਅਸੀਂ ਆਵਾਜ਼ ਉਠਾ ਲੈਣੀ। ਤੇ ਇੱਥੇ ਵੀ ਜਦੋਂ ਮੈਂ ਆ ਕੇ ਕੰਮਕਾਰ ਸ਼ੁਰੂ ਕੀਤਾ ਤੇ ਮੈਂ ਦੇਖਿਆ ਕਿ ਕੰਮਾਂ ਕਾਰਾਂ ਤੇ ਵੀ ਇਹ ਨਹੀਂ ਅਸੀਂ ਕਿ ਭਾਰਤ ਦੇ ਵਿੱਚ ਹੀ ਸਾਨੂੰ ਸਾਡੇ ਸੁਪਰਵਾਈਜ਼ਰ ਦਬਾਉਂਦੇ ਆ, ਇੱਥੇ ਵੀ ਸਾਡੇ ਨਾਲ ਬਦਸਲੂਕੀ ਹੁੰਦੀ ਆ। ਖਾਸ ਕਰ ਜਦੋਂ ਮੈਂ ਸ਼ੁਰੂ ਕੀਤਾ ਕੰਮ, ਪਹਿਲਾਂ ਤਾਂ ਜੀ ਮੈਂ ਕਲੀਨਿੰਗ ਵਗੈਰਾ ਦਾ ਕੰਮ ਕਰਦੀ ਰਹੀ ਥੋੜ੍ਹੇ ਸਾਲ, ਫਿਰ ਫੈਕਟਰੀ 'ਚ ਕੰਮ ਕੀਤਾ। ਤੇ 1981 ਦੇ ਵਿੱਚ ਜਦੋਂ ਮੈਨੂੰ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਕੰਮ ਮਿਲਿਆ, ਅਸਲ ਮੈਂ ਤਸਵੀਰ ਉੱਥੇ ਦੇਖੀ ਕਿ ਤੁਹਾਨੂੰ ਕਿੱਦਾਂ ਨਪੀੜਿਆ ਜਾਂਦਾ, ਖਾਸ ਕਰ ਜਦੋਂ ਤੁਸੀਂ ਮਿਨੋਰਟੀ ਵਿੱਚ ਹੁੰਦੇ ਆ। ਤੇ ਮੇਰੇ ਆਲੇ ਦੁਆਲੇ ਜਿਹੜੀਆਂ ਕੁੜੀਆਂ ਸੀਗੀਆਂ, ਜਾਂ ਮੇਰੇ ਆਲੇ ਦੁਆਲੇ ਜਿਹੜੇ ਬਾਕੀ EMPLOYEES ਸੀਗੇ, ਉਹ ਮੈਂ ਇਕੱਲੀ ਬਹੁਤ ਸਾਲ ਮੈਂ ਇਕੱਲੀ ਈਸਟ ਇੰਡੀਅਨ ਕੁੜੀ ਜਾਂ ਪੰਜਾਬਣ ਕੁੜੀ ਇੱਕ ਭੀੜ ਦੇ ਵਿੱਚ ਕੰਮ ਕਰਦੀ ਰਹੀ। ਤੇ ਉਹਦੇ ਵਿਰੁੱਧ ਮੈਨੂੰ ਇਸ ਤਰ੍ਹਾਂ ਲੱਗਦਾ ਸੀਗਾ ਕਿ ਮੈਂ ਕੱਲ ਵੀ ਕੰਮ ਛੱਡਿਆ, ਪਰਸੋਂ ਵੀ ਕੰਮ ਛੱਡਿਆ। ਪਰ ਗੱਲ ਇਹ ਸੀ ਕਿ ਜਦੋਂ ਮੈਂ ਦੇਖਦੀ ਸੀਗੀ ਮੇਰੀ ਸਿਟੀ ਦੀ ਜੌਬ ਹੈ, ਮੈਨੂੰ ਮੁੜ ਕੇ ਜੌਬ ਨਹੀਂ ਮਿਲਣੀਗੀ, ਪਰ ਉਹਦੇ ਲਈ ਮੈਂ ਸੰਘਰਸ਼ ਕੀਤਾ, ਮੈਨੂੰ ਕਰਨਾ ਪਿਆ ਸੰਘਰਸ਼। ਮੈਂ ਸੁਪਰਵਾਈਜ਼ਰ ਦੇ ਡੋਰ ਨੌਕ ਕਰਕੇ ਮੈਂ ਚਲੀ ਜਾਂਦੀ ਸੀ, ਮੈਨੂੰ ਆਹ ਪ੍ਰੋਬਲਮ ਹੈ। ਮੈਂ ਉਸ ਤੋਂ ਅੱਗੇ ਮੈਂ ਯੂਨੀਅਨ ਨੂੰ ਕੰਟੈਕਟ ਕਰਨਾ। ਪਰ ਮੇਰਾ ਤਜਰਬਾ ਜੀ, ਮੈਂ ਉਸ ਕੰਮ ਦੇ ਵਿੱਚ ਮੈਂ 34-35 ਸਾਲ ਕੰਮ ਕੀਤਾ, ਪਰ ਮੈਂ ਜਿਹੜੀ ਦੇਖਦੀ ਹਾਂ ਜੀ, ਮੈਨੂੰ ਜਿਹੜੀਆਂ ਯੂਨੀਅਨਸ ਆ ਨਾ, ਮੈਨੂੰ ਉਹਨਾਂ ਤੇ ਬਹੁਤ ਇਤਰਾਜ਼ ਹੈ। ਜਿਹੜੀਆਂ ਯੂਨੀਅਨਸ ਆ ਨਾ, ਮੇਰਾ ਤਜਰਬਾ ਹੀ ਕਹਿੰਦਾ, ਜਿਹੜੀਆਂ ਯੂਨੀਅਨ ਉਹ ਕੰਪਨੀਆਂ ਦੇ ਨਾਲ ਮਿਲ ਜਾਂਦੀਆਂ। ਜੇ ਤੁਸੀਂ ਮੇਰੀ ਕਹਾਣੀ ਸੁਣੋ, ਮੈਨੂੰ ਸਿਟੀ ਤੋਂ ਲੇ ਆਫ ਕਰ ਦਿੱਤਾ ਹੈ ਨਾ, ਮੈਨੂੰ ਕਾਰਨ ਅੱਜ ਵੀ ਨਹੀਂ ਪਤਾ ਮੈਨੂੰ ਕਿਉਂ ਕੀਤਾ। ਜਦੋਂ ਮੈਂ ਯੂਨੀਅਨ ਕੋਲੇ ਗਈ ਤੇ ਮੈਨੂੰ ਜਿਹੜਾ ਯੂਨੀਅਨ ਮੈਂ ਮਦਦ ਲਈ, ਪਰ ਯੂਨੀਅਨ ਦਾ ਜਿਹੜਾ ਪ੍ਰੈਜ਼ੀਡੈਂਟ ਉਹ ਮੈਨੂੰ ਹੋਰ ਕੁਝ ਕਹਿ ਰਿਹਾ, ਮੈਂ ਤੇਰੀ ਪੈਨਸ਼ਨ ਵਾਲੇ ਪੇਪਰ ਤੇ ਤੇਰੀ ਹੈਲਪ ਕਰਾਂ ਸਾਈਨ ਕਰਨ ਨੂੰ। ਦੇਖੋ ਜੀ, ਉਹ ਤਾਂ ਮੈਂ ਵੀ ਕਰ ਲੂੰਗੀ, ਪਰ ਮੈਂ ਆਪਣਾ ਕੇਸ ਆਪ ਲੜਿਆ। ਵੈਰੀ ਗੁੱਡ। ਜਦੋਂ ਮੈਨੂੰ ਯੂਨੀਅਨ ਕਹਿ ਰਹੀ ਸੀ ਕਿ ਤੂੰ ਤੈਨੂੰ ਬੋਲਣ ਦੀ ਜ਼ਰੂਰਤ ਨਹੀਂ, ਆਈ ਵਿਲ ਕਵਰ ਆਲ ਦੀਜ਼ ਪੁਆਇੰਟਸ, ਪਰ ਮੈਂ ਕਿਹਾ ਓਕੇ, ਪਰ ਮੈਂ ਉਹਦੀ ਗੱਲ ਨਹੀਂ ਮੰਨੀ। ਜਦੋਂ ਮੈਨੂੰ ਸਿਟੀ ਕਮਿਸ਼ਨਰ ਨੇ ਪੁੱਛਿਆ ਯੂ ਹੈਵ ਐਨੀਥਿੰਗ ਟੂ ਸੇ, ਉਹ ਮੇਰੇ ਮੂੰਹ ਵੱਲ ਦੇਖ ਰਿਹਾ ਸੀਗਾ ਕਿ ਇਹ ਕੁਛ ਹੁਣ ਬੋਲੇਗੀ। ਮੈਂ ਇਹਨੂੰ ਕਿਹਾ ਵੀ ਮੈਂ ਕਵਰ ਕਰੂੰ ਸਾਰੇ ਪੁਆਇੰਟਸ। ਮੈਂ ਕਿਹਾ ਯੈਸ ਆਈ ਹੈਵ। ਤੁਹਾਡੀ ਕਵਿਤਾਵਾਂ, ਤੁਹਾਡੀ ਲੇਖਣੀ ਜਿਹੜੀ ਆ, ਉਹ ਤੁਹਾਡੀ ਸੰਘਰਸ਼ਮਈ ਜ਼ਿੰਦਗੀ ਦੇ ਵਿੱਚੋਂ ਹੀ ਫੁੱਟੀ? ਯੈਸ, ਹਾਂਜੀ। ਬਹੁਤ ਖੂਬ।
ਜਦੋਂ ਤੁਸੀਂ ਇਹ ਸਾਰਾ ਦਰਦ ਪਿੰਡ ਤੇ ਹੰਢਾਇਆ ਹੁੰਦਾ ਜੀ, ਆਪ ਹੰਢਾਇਆ ਹੁੰਦਾ, ਤੁਹਾਡੇ ਨਾਲ ਆਪ ਬੀਤੀਆਂ ਘਟਨਾਵਾਂ ਹੁੰਦੀਆਂ, ਤੇ ਸ਼ਾਇਦ ਲਿਖਣਾ ਸੌਖਾ ਹੁੰਦਾ। ਹਾਂਜੀ, ਬਿਲਕੁਲ ਜੀ, ਬਿਲਕੁਲ। ਕਿਸੇ ਦੀ ਵੇਦਨਾ ਨਾਲੋਂ ਆਪਦੀ ਵੇਦਨਾ ਦਾ ਜ਼ਿਕਰ ਕਰਨਾ ਜਿਹੜਾ ਉਹ ਵਧੀਆ ਤਰੀਕਾ ਹੁੰਦਾ, ਮੁਨਾਸਿਬ ਵੀ ਹੈ। ਤੁਸੀਂ ਸੌਖੇ ਤਰੀਕੇ ਨਾਲ ਆਪਦੀ ਗੱਲ ਦਾ ਪ੍ਰਗਟਾਵਾ ਕਰ ਸਕਦੇ ਹੋ। ਕਿਸੇ ਹਾਂਜੀ। ਹੋਰ ਬਾਰੇ ਲਿਖਣਾ ਜਿਹੜਾ ਸ਼ਾਇਦ ਇੰਨਾ ਸੌਖਾ ਨਹੀਂ ਹੈ ਜਿੰਨਾ ਆਪਦੇ ਬਾਰੇ, ਪਰ ਕਈ ਵਾਰੀ ਆਪਦੇ ਬਾਰੇ ਇੰਨਾ ਸੱਚ ਲਿਖਣਾ ਵੀ ਔਖਾ ਲੱਗਦਾ। ਹਾਂਜੀ, ਕਈ ਵਾਰੀ ਤੁਸੀਂ ਕਿਸੇ ਹੋਰ ਦੇ ਬਾਰੇ ਵੀ ਲਿਖਣਾ ਹੋਵੇ ਤਾਂ ਤੁਹਾਨੂੰ ਉਹਦੀ ਪੀੜ ਨੂੰ ਨਾ ਸਮਝਣਾ ਪੈਂਦਾ। ਤੁਸੀਂ ਉਹਦੀ ਪੀੜ ਬਣ ਕੇ ਜਾਂ ਉਹਦੀ ਪੀੜ ਨੂੰ ਤੁਸੀਂ ਆਪਣੇ ਵਿੱਚ ਅਬਜ਼ੋਰਬ ਕਰਨਾ ਹੁੰਦਾ, ਤੇ ਫਿਰ ਤੁਸੀਂ ਲਿਖ ਸਕਦੇ ਆ। ਠੀਕ ਹੈ। ਹਾਂਜੀ, ਉਸ ਜਿਹਦੇ ਬਾਰੇ ਲਿਖਣਾ ਨਾ ਪੂਰਨ ਤੌਰ ਤੇ ਤੁਹਾਨੂੰ ਉਹਦਾ, ਉਸ ਬੰਦੇ ਦਾ, ਉਸ ਇਨਸਾਨ ਦਾ ਹੋਣਾ ਪੈਂਦਾ, ਤਾਂ ਫਿਰ ਹੀ ਤੁਸੀਂ ਲਿਖ ਸਕਦੇ ਆ। ਜਿਹੜੀਆਂ ਕਵਿਤਾਵਾਂ ਜਾਂ ਗੀਤ ਤੁਸੀਂ ਹੁਣ ਰੀਸੈਂਟਲੀ ਲਿਖੇ ਜੀ, ਇਹ ਤਾਂ ਪੰਜਾਬ ਦੀ ਹਾਲਤ ਬਾਰੇ ਜਾਂ ਦੇਸ਼ ਦੀ, ਭਾਰਤ ਦੀ ਹਾਲਤ ਬਾਰੇ ਜਾਂ ਕਿਸਾਨਾਂ ਦੇ ਅੰਦੋਲਨ ਦੇ ਸੰਬੰਧ ਵਿੱਚ ਤੁਸੀਂ ਉਹਨਾਂ ਆਪਦੀਆਂ ਕਵਿਤਾਵਾਂ ਗੀਤਾਂ 'ਚ ਜ਼ਿਕਰ ਕੀਤਾ, ਪਰ ਮੁੱਖ ਤੌਰ ਤੇ ਤੁਹਾਡੀਆਂ ਕਵਿਤਾਵਾਂ ਦਾ, ਗੀਤਾਂ ਦਾ ਧੁਰਾ ਜਿਹੜਾ ਉਹ ਸਮਾਜ ਦਾ ਕਿਹੜਾ, ਕੋਈ ਸਪੈਸੀਫਿਕ ਵਰਗ ਹੁੰਦਾ, ਜਾਂ ਔਰਤਾਂ ਕਹਿ ਲਓ, ਬਜ਼ੁਰਗ ਕਹਿ ਲਓ, ਬੱਚੇ ਕਹਿ ਲਓ, ਕਿਹੜਾ ਹੁੰਦਾ? ਗਰੀਬੀ ਕਹਿ ਲਓ, ਕਿਸਾਨੀ ਕਹਿ ਲਓ। ਨਹੀਂ ਜੀ, ਮੇਰੀ ਜਿਹੜੀ ਕਵਿਤਾ ਨਾ, ਮੇਰੇ ਲਿਖਣ ਦਾ ਕੋਈ ਵਰਗ ਨਹੀਂ। ਮੈਂ ਜੋ ਕੁਛ ਵੀ ਦੇਖਦੀ ਹਾਂ, ਜੋ ਕੁਛ ਮੇਰੇ ਸਾਹਮਣੇ ਆ ਜਾਂਦਾ, ਮੈਂ ਲਿਖ ਦਿੰਦੀ ਹਾਂ। ਨਾ ਮੈਂ ਨਾਰੀਵਾਦੀ ਹਾਂ, ਨਾ ਮੈਂ ਪੁਰਸ਼ਵਾਦੀ ਹਾਂ, ਤੇ ਮੇਰਾ ਕਿਸੇ ਵਾਦ ਦੇ ਨਾਲ ਕੋਈ ਸੰਬੰਧ ਨਹੀਂ ਗਾ। ਮੈਂ ਮਾਨਵਵਾਦੀ ਹਾਂ। ਮੈਂ ਜਿੱਥੇ ਕੁਛ ਵੀ ਦੇਖਦੀ ਹਾਂ, ਮੈਂ ਲਿਖ ਦਿੰਦੀ ਹਾਂ। ਠੀਕ ਠੀਕ ਠੀਕ। ਨਾ ਹੀ ਮੇਰਾ ਕਿਸੇ ਕੋਈ ਖਾਸ ਵਰਗ ਨਾਲ ਸੰਬੰਧ ਹੈ ਕਿ ਮੈਂ ਫਲਾਨੀ ਪਾਰਟੀ ਨੂੰ ਬਿਲੋਂਗ ਕਰਦੀ ਹਾਂ, ਇਹ ਵੀ ਨਹੀਂ। ਬਸ ਮੈਂ ਜੋ ਕੁਛ ਹਾਂ, ਮੈਂ ਜੋ ਕੁਛ ਦੇਖਦੀ ਹਾਂ, ਮੈਂ ਉਹ ਲਿਖਦੀ ਹਾਂ। ਤੁਹਾਡੇ ਕੋਲ ਅੱਜ ਇੱਕ ਕਵਿਤਾ ਜ਼ਰੂਰ ਸੁਣਾਂਗੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਜੀ ਕਿ ਜਿਹੜਾ ਤੁਸੀਂ ਕਿਹਾ ਕਿ ਮੈਂ ਨਾਰੀਵਾਦੀ ਨਹੀਂ ਆ, ਨਾ ਕੋਈ ਇਸ ਤਰ੍ਹਾਂ ਦਾ ਮੈਂ ਆਪਣੇ ਨਾਲ ਲਕਬ ਜੋੜ ਕੇ ਰੱਖਣਾ ਚਾਹੁੰਦੀ ਹਾਂ, ਸਗੋਂ ਸਮਾਜ ਦੇ ਵਿੱਚ ਜੋ ਸਾਹਮਣੇ ਤੁਹਾਨੂੰ ਦਿਸ ਰਿਹਾ ਚੰਗਾ ਜਾਂ ਮਾੜਾ, ਉਹ ਤੁਹਾਡੀ ਕਲਮ ਦਾ, ਤੁਹਾਡੀ ਲੇਖਣੀ ਦਾ ਹਿੱਸਾ ਹੁੰਦਾ, ਉਹ ਤੇ ਤੁਸੀਂ ਜ਼ੋਰ ਦੇ ਕੇ ਲਿਖਦੇ ਹੋ। ਇਹਨੂੰ ਕਿੰਨੇ ਕੁ ਜਿਹੜੇ ਜੀ ਸਥਾਪਿਤ ਕਵੀ ਹੈ, ਸਥਾਪਕ ਲੇਖਕ ਹੈ, ਉਹ ਕਿੰਨੀ ਕੁ ਮਾਨਤਾ ਦਿੰਦੇ? ਬਈ ਪਹਿਲਾਂ ਮੈਨੂੰ ਬਹੁਤ ਇਤਰਾਜ਼ ਹੁੰਦਾ ਸੀਗਾ ਕਿ ਕਵਿਤਾ ਪੜ੍ਹੀ ਨਹੀਂ ਜਾਂਦੀ, ਖਾਸ ਕਰ ਮੇਰੀ ਕਵਿਤਾ। ਪਰ ਹੁਣ ਮੈਨੂੰ ਕੋਈ ਗਿਲਾ ਨਹੀਂ ਜੀ। ਮੇਰੀ ਕਵਿਤਾ ਲੋਕ ਪੜ੍ਹਦੇ ਆ ਤੇ ਵੱਡੀ ਪੱਧਰ ਤੇ ਪੜ੍ਹੀ ਜਾਂਦੀ ਹੈ। ਮੈਂ ਇਹ ਕੋਈ ਵਡਿਆਈ ਨਹੀਂ ਆਪਣੀ ਮੈਂ ਕਰ ਰਹੀ, ਪਰ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਮੇਰੀ ਕਵਿਤਾ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ। ਕਿਉਂਕਿ ਜਦੋਂ ਤੁਹਾਡੀ ਕਵਿਤਾ ਕਿਤੇ ਕੋਟ ਹੁੰਦੀ ਆ, ਪੇਪਰ ਛਾਪਣ ਲੱਗ ਜਾਂਦੇ ਆ, ਤੇ ਜਾਂ ਤੁਹਾਨੂੰ ਰਿਸਰਚ ਸਕਾਲਰ ਜਿਹੜੇ ਆ ਕੰਟੈਕਟ ਕਰਦੇ ਆ, ਤੇ ਹਾਂਜੀ ਤੁਹਾਡੇ ਤੇ ਕੰਮ ਹੋਣ ਲੱਗ ਜਾਂਦਾ, ਇਹਦਾ ਮਤਲਬ ਇਹ ਹੁੰਦਾ ਵੀ ਤੁਹਾਡੀ ਕਵਿਤਾ ਪੜ੍ਹੀ ਜਾਂਦੀ ਆ। ਬਹੁਤ ਸਾਲ ਹੋਇਆ ਮੇਰੇ ਨਾਲ ਕਿ ਮੇਰੀ ਕਵਿਤਾ ਦੱਬੀ ਪਈ ਰਹੀ, ਕਿਸੇ ਨੇ ਕੋਈ ਗੌਲੀ ਨਹੀਂ ਮੇਰੀ ਕਵਿਤਾ। ਪਰ ਅੱਜ ਮੈਨੂੰ ਇਹਦੇ ਬਾਰੇ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੈ। ਮੇਰੇ ਮਿੱਤਰ ਨੇ ਜੀ ਇੱਕ ਇੰਡੀਆ ਵਿੱਚ, ਤੇ ਮੇਰੇ ਨਾਲ ਉਹ ਸਹਿ ਸੰਪਾਦਕ ਹੁੰਦੇ ਸਨ ਸਰਦਲ ਦੇ, ਸਰਦਲ ਮੈਗਜ਼ੀਨ ਭਾਜੀ ਗੁਰਸ਼ਰਨ ਸਿੰਘ ਜਿਹੜੇ ਨਾਟਕਕਾਰ, ਉੱਘੇ ਨਾਟਕਕਾਰ ਹੋਏ ਹੈ, ਉਹਨਾਂ ਵੱਲੋਂ ਕੱਢਿਆ ਜਾਂਦਾ ਸੀ। ਤੇ ਮੈਂ ਔਰ ਮੇਰੇ ਨਾਲ ਸਹਿਯੋਗੀ ਡਾਕਟਰ ਸੁਰਜੀਤ ਬਰਾੜ, ਘੋਲੀਆ ਕਲਾਂ ਮੋਗੇ ਦੇ ਲਾਗੇ ਪਿੰਡ ਹੈ, ਵੱਡਾ ਘੋਲੀਆ ਨੂੰ ਕਹਿੰਦੇ, ਉੱਥੇ ਅਸੀਂ ਦੋਨੋਂ ਸੰਪਾਦਕੀ ਮੰਡਲ ਵਿੱਚ ਸੀ। ਸਾਡੇ ਨਾਲ ਹੋਰ ਵੀ ਸੀ ਸੱਜਣ, ਡਾਕਟਰ ਚਮਨ ਲਾਲ ਪ੍ਰਭਾਕਰ ਬੜੇ ਉੱਘੇ ਲੇਖਕ ਹੈ, ਜਿਨ੍ਹਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਨਾਲ ਸੰਬੰਧਿਤ ਬੇਸ਼ੁਮਾਰ ਕਿਤਾਬਾਂ ਲਿਖੀਆਂ, ਔਰ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਉਹ ਪ੍ਰਕਾਸ਼ਿਤ ਹੋਈਆਂ। ਮੈਨੂੰ ਮਾਣ ਆ ਕਿ ਉਹ ਵੀ ਸਾਡੇ ਸੰਪਾਦਕੀ ਮੰਡਲ ਵਿੱਚ ਸੀ। ਮਾਸਟਰ ਤਰਲੋਚਨ ਸਿੰਘ ਜਿਹੜੇ ਤਰਕਸ਼ੀਲ ਸੁਸਾਇਟੀ ਦੇ ਨਾਲ ਸੰਬੰਧ ਰੱਖਦੇ ਆ, ਉਹ ਵੀ ਸਾਡੇ ਸੰਪਾਦਕੀ ਬੋਰਡ ਵਿੱਚ ਸੀ। ਔਰ ਇੱਕ ਭੈਣ ਜੀ ਸੁਮਨ ਲਤਾ ਜਿਹੜੇ ਨਾਟਕਕਾਰ ਨੇ, ਬੜੇ ਸਿਰੜੀ ਨੇ, ਬੜੇ ਮਿਹਨਤੀ ਕਾਮੇ ਨੇ, ਨਾਟਕਰਮੀ ਨੇ, ਉਹ ਵੀ ਸਾਡੇ ਨਾਲ ਹੁੰਦੇ ਸੀ। ਤੇ ਮੈਂ ਡਾਕਟਰ ਸੁਰਜੀਤ ਬਰਾੜ ਦੀ ਗੱਲ ਕਰ ਰਿਹਾ ਸੀ। ਥੋੜੇ ਦਿਨ ਪਹਿਲਾਂ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੋਈ, ਤੇ ਉਦੋਂ ਜ਼ਿਕਰ ਹੋਇਆ ਤੁਹਾਡਾ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਤੁਹਾਡੀ ਕਵਿਤਾ ਦੇ ਉੱਤੇ ਬਹੁਤ ਖੋਜ ਭਰਪੂਰ ਜਿਹੜਾ ਕੰਮ ਕੀਤਾ ਹੈਗਾ, ਔਰ ਸ਼ਲਾਘਾ ਕੀਤੀ ਤੁਹਾਡੀ।
ਜਿਹੜੀ ਜਿਹੜੀ ਉਹ ਕਹਿੰਦੇ ਕਿ ਉਹਨਾਂ ਦਾ ਹੱਕ ਬਣਦਾ ਸੀਗਾ ਭੈਣ ਜੀ ਸੁਰਿੰਦਰ ਗੀਤ ਦਾ, ਕਿ ਉਹਨਾਂ ਦੇ ਗੀਤਾਂ ਨੂੰ, ਉਹਨਾਂ ਦੀ ਕਵਿਤਾਵਾਂ ਨੂੰ, ਉਹਨਾਂ ਦੀ ਰਚਨਾਵਾਂ ਨੂੰ ਗੌਲਿਆ ਜਾਵੇ। ਔਰ ਤੁਸੀਂ, ਮੈਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਸਾਹਿਤਕਾਰਾਂ ਦੀ ਇਸ ਵੱਡੀ ਸੂਚੀ ਦੇ ਵਿੱਚ ਆ ਗਏ ਹੋ, ਜਦੋਂ ਡਾਕਟਰ ਸੁਰਜੀਤ ਬਰਾੜ ਵਰਗੇ ਆਲੋਚਕ, ਜਿਹੜੇ ਉੱਘੇ ਆਲੋਚਕ ਆ, ਜਿਹੜੇ ਵਾਲ ਦੀ ਖੱਲ ਲਾ ਦਿੰਦੇ ਆ, ਉਹਨਾਂ ਦੇ ਪਰਖ ਦੇ ਉੱਤੇ ਤੁਸੀਂ ਪੂਰੇ ਉਤਰੇ ਹੋ। ਹਾਂਜੀ ਹਾਂਜੀ। ਇੱਕ ਮੈਂ ਜ਼ਰੂਰ ਚਾਹੂੰਗਾ ਕਿ ਜੀ, ਜੇ ਇਹ ਜਿਹੀਆਂ ਜਿਹੜੀਆਂ ਸ਼ਖਸੀਅਤਾਂ ਜਿਹੜੀਆਂ ਤੁਹਾਡਾ ਨੋਟਿਸ ਕਰ ਰਹੀਆਂ, ਤੁਹਾਡੇ ਗੀਤਾਂ ਬਾਰੇ ਗੱਲ ਹੋ ਰਹੀ ਹੈ, ਤੁਹਾਡੀਆਂ ਕਵਿਤਾਵਾਂ ਬਾਰੇ ਗੱਲ ਹੋ ਰਹੀ ਹੈ, ਇਹ ਤਾਂ ਮੈਂ ਡਾਕਟਰ ਸੁਰਜੀਤ ਬਰਾੜ ਦੀ ਗੱਲ ਕੀਤੀ, ਉਹ ਇੰਡੀਆ 'ਚ ਨੇ, ਤੁਸੀਂ ਕੈਲਗਰੀ ਰਹਿੰਦੇ ਹੋ, ਇੱਥੋਂ ਦੇ ਲੇਖਕ ਤੁਹਾਡੇ ਸਾਥੀ ਜਾਂ ਇੱਥੋਂ ਦੇ ਆਲੋਚਕ ਜਿਹੜੇ ਹੋਰ ਹੈਗੇ ਆ, ਉਹਨਾਂ ਦੇ ਵਿੱਚ ਕਿਹੋ ਜਿਹੀ ਚਰਚਾ? ਪਹਿਲਾਂ ਡਾਕਟਰ ਸੁਰਜੀਤ ਬਰਾੜ, ਹਾਂਜੀ, ਉਹਨਾਂ ਨੇ, ਬਾਈ ਜੀ ਨੇ ਮੇਰੀ ਕਵਿਤਾ ਤੇ ਮੇਰੀ 6 ਕਿਤਾਬਾਂ ਤੇ ਉਹਨਾਂ ਨੇ ਆਲੋਚਨਾ ਕੀਤੀ, ਤੇ ਮੈਂ ਤੁਹਾਨੂੰ ਕਿਤਾਬ ਵੀ ਦਿਖਾਉਣੀ ਆ ਜੀ, 288 ਪੇਜ ਦੀ ਕਿਤਾਬ ਆ। ਹਾਂਜੀ, ਤੇ ਜਿਹੜੀ ਉਹਨਾਂ ਨੇ ਲਿਖੀ, ਇਹ ਕਿਤਾਬ ਉਹਨਾਂ ਨੇ ਪੂਰੀ ਕੀਤੀ, 11 ਮਹੀਨੇ ਪੂਰੇ ਲੱਗੇ, ਮੈਨੂੰ ਪਤਾ ਉਹਨਾਂ ਨੇ ਕਦੋਂ ਸ਼ੁਰੂ ਕੀਤੀ ਤੇ ਕਦੋਂ ਉਹਨਾਂ ਨੇ ਅਲੱਗ-ਅਲੱਗ ਵਿਸ਼ੇ ਬਣਾ ਕੇ ਉਸ ਤਰ੍ਹਾਂ ਹੀ ਨਹੀਂ ਆਲੋਚਨਾ ਕੀਤੀ, ਅੱਡ-ਅੱਡ ਵਿਸ਼ੇ ਬਣਾ ਕੇ ਉਹਨਾਂ ਨੇ ਬਹੁਤ ਇਹਦੇ ਤੇ ਵਧੀਆ ਕੰਮ ਕੀਤਾ, ਤੇ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਹਾਂ ਜੀ। ਉਸ ਤੋਂ ਬਾਅਦ ਹੀ ਜਦੋਂ ਡਾਕਟਰ ਸੁਰਜੀਤ ਬਰਾੜ ਨੇ ਮੈਨੂੰ ਹੋਰ ਹੌਸਲਾ ਦਿੱਤਾ ਕਿ ਮੈਨੂੰ ਲਿਖਣ ਦਾ ਇੱਕ ਜਨੂਨ ਜਿਹਾ ਪੈਦਾ ਹੋ ਗਿਆ ਵੀ ਨਹੀਂ, ਮੈਂ ਹੋਰ ਲਿਖਣਾ। ਤੇ ਹੁਣ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਕਿ ਤਰਕਸ਼ੀਲ ਮੈਗਜ਼ੀਨ ਦੇ, ਜਿਹੜਾ ਮੈਨੂੰ ਨਹੀਂ ਪਤਾ ਸੀਗਾ, ਮੈਂ ਡਾਕਟਰ ਸੁਰਜੀਤ ਬਰਾੜ ਨਾਲ ਹੀ ਗੱਲ ਕਰਦੀ ਸੀ, ਮੈਂ ਤੇ ਕਿਸੇ ਹੋਰ ਕੰਮ ਲਈ ਮੈਂ ਫੋਨ ਕੀਤਾ, ਉਹ ਕਹਿੰਦਾ ਤੁਹਾਨੂੰ ਪਤਾ ਤੁਹਾਡੇ ਤਰਕਸ਼ੀਲ ਮੈਗਜ਼ੀਨ ਦੇ ਪਹਿਲੇ ਪੇਜ ਤੇ ਜਿਹੜਾ ਟਾਈਟਲ ਆ, ਜਦੋਂ ਆਪਾਂ ਟਾਈਟਲ ਨੂੰ ਇਸ ਤਰ੍ਹਾਂ ਉਲਟਾਉਂਦੇ ਆ, ਉਹਦੇ ਤੇ ਤੁਹਾਡੀ ਕਵਿਤਾ ਹੈ। ਮੈਂ ਕਿਹਾ ਜੀ ਨਹੀਂ, ਮੈਨੂੰ ਨਹੀਂ ਪਤਾ। ਉਹਨਾਂ ਨੇ ਮੈਨੂੰ ਫੋਨ ਦਿੱਤਾ ਉਸ ਐਡੀਟਰ ਦਾ, ਸੰਪਾਦਕ ਦਾ, ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਉਹਨਾਂ ਨੇ ਉਸੇ ਵੇਲੇ ਮੈਨੂੰ ਫੋਟੋ ਭੇਜ ਦਿੱਤੀ। ਤੇ ਮੈਂ ਸਮਝਦੀ ਹਾਂ ਵੀ, ਹੁਣ ਮੈਂ ਸਮਝਦੀ ਹਾਂ ਕਿ ਮੈਂ ਉਹਨਾਂ ਨੂੰ ਕਵਿਤਾ ਭੇਜੀ ਨਹੀਂ ਗਈ, ਰਾਈਟ, ਪਰ ਉਹਨਾਂ ਨੇ ਮੇਰੀ ਕਵਿਤਾ ਕਿਤੋਂ ਲਈ ਤੇ ਮੇਰੀ ਕਵਿਤਾ ਨੂੰ ਇੰਨਾ ਮਾਣ ਦਿੱਤਾ ਕਿ ਤਰਕਸ਼ੀਲ ਮੈਗਜ਼ੀਨ ਦੇ ਟਾਈਟਲ ਦੇ, ਉਹ ਮੈਨੂੰ ਨਹੀਂ ਪਤਾ ਉਹ ਪੇਜ ਨੂੰ ਕੀ ਕਹਿੰਦੇ, ਜਿਹੜਾ ਆਪਾਂ, ਹਾਂਜੀ, ਜਿਹੜਾ ਪਹਿਲਾਂ ਗਲੇਜ਼ਡ ਪੇਪਰ ਹੁੰਦਾ, ਉਹਦੇ ਤੇ ਮੇਰੀ ਕਵਿਤਾ ਛਾਪੀ, ਤੇ ਮੈਨੂੰ ਖੁਸ਼ੀ ਹੋਈ ਤੇ ਮੈਨੂੰ ਹੋਰ ਵੀ ਲਿਖਣ ਨੂੰ ਮੇਰਾ ਜੀ ਕੀਤਾ। ਤੇ ਅੱਜ ਕੱਲ੍ਹ ਮੇਰਾ ਜਿਹੜਾ ਥੋੜਾ ਜਿਹਾ ਕਹਾਣੀ ਵੱਲ ਵੀ ਮੇਰਾ ਰੁਝਾਨ ਹੋਇਆ। ਮੈਂ ਕੁਝ ਕਹਾਣੀਆਂ ਲਿਖੀਆਂ, ਹਾਂਜੀ, ਤੇ ਮੈਂ ਆਰਟੀਕਲ ਵੀ ਪੰਜਾਬੀ ਟ੍ਰਿਬਿਊਨ 'ਚ ਸ਼ਾਇਦ ਤੁਸੀਂ ਦੇਖੇ ਹੋਣ, ਤੇ ਮੈਂ ਇੱਕ ਆਰਟੀਕਲ ਸੀਗਾ ਪੋਸ ਨਾ ਤੂੰ ਨੇਰ ਨੂੰ, ਫਿਰ ਮੈਂ ਲਿਖਿਆ ਵਿਸ਼ਵ ਗੁਰੂ ਨੂੰ ਕੀ ਹੋਇਆ ਹੈ, ਤੇ ਹੁਣ ਮੈਂ ਆਰਟੀਕਲ ਉਹਨਾਂ ਨੂੰ ਭੇਜਿਆ ਹੋਇਆ ਹੈ, ਪੰਜਾਬੀ ਔਰਤਾਂ ਅਤੇ ਨਸ਼ੇ। ਠੀਕ ਹੈ ਜੀ, ਆਪਾਂ ਕਰਾਂਗੇ ਜੀ ਨੈਕਸਟ ਟਾਈਮ ਇਸੇ ਤੇ ਜ਼ਿਕਰ ਵੀ ਕਰਾਂਗੇ, ਡਿਸਕਸ ਕਰਾਂਗੇ, ਗੱਲਬਾਤ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਇਸੇ ਟੌਪਿਕ ਤੇ। ਹਾਂਜੀ, ਸਮਾਂ ਆਪਣੇ ਕੋਲ ਭੈਣ ਜੀ ਘੱਟ ਹੈ, ਤੇ ਮੈਂ ਚਾਹਾਂਗਾ ਕਿ ਤੁਸੀਂ ਕਿਸੇ ਆਪਣੀ ਤਾਜ਼ੀ ਜਿਹੜੀ ਰਚਨਾ ਹੈਗੀ ਆ, ਉਹ ਸਾਡੇ ਸਰੋਤਿਆਂ ਦੇ ਨਾਲ, ਸਾਡੇ ਫੇਸਬੁੱਕ, ਯੂਟਿਊਬ ਦੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ। 5 ਮਿੰਟ ਦਾ ਆਪਣੇ ਕੋਲ ਸਮਾਂ ਜੀ, ਤੇ ਮੈਂ ਤੁਹਾਡੇ ਕੋਲ ਅਖੀਰ ਤੇ ਇੱਕ ਗੱਲ ਹੋਰ ਬੜੀ ਪੁੱਛਣੀ, ਤੁਹਾਡੀ ਨਿੱਜ ਨਾਲ ਸੰਬੰਧਿਤ ਹੈਗੀ ਹੈ। ਹਾਂਜੀ, ਪਹਿਲਾਂ ਕਵਿਤਾ ਜ਼ਰੂਰ ਸੁਣਾ ਦਿਓ। ਹਾਂਜੀ, ਮੈਂ ਤੁਹਾਨੂੰ 2 ਛੋਟੀਆਂ ਨਜ਼ਮਾਂ ਸੁਣਾਉਣੀਆਂ ਜੀ। ਹਾਂਜੀ, ਜਿਵੇਂ ਤੁਸੀਂ ਕਿਹਾ ਵੀ ਕਵਿਤਾ ਦੀ ਗੱਲ ਹੋਈ ਮੇਰੀ, ਮੈਂ ਲਿਖਿਆ ਸੀ ਹੋਰ ਲਿਖੀ ਤੂੰ, ਹੋਰ ਲਿਖੀ ਤੂੰ, ਜਾਂਦੇ ਰਹਿਆ ਠਹਿਰ ਜਰਾ ਤੂੰ, ਪੜ੍ਹ ਕੇ ਜਾਵੀਂ ਕਵਿਤਾ, ਜਾਂਦੇ ਰਹਿਆ ਠਹਿਰ ਜਰਾ ਤੂੰ, ਪੜ੍ਹ ਕੇ ਜਾਵੀਂ ਕਵਿਤਾ, ਕਵਿਤਾ ਪੜ੍ਹ ਕੇ ਹੋਰ ਲਿਖੀ ਤੂੰ, ਹੋਰ ਸੁਚੱਜੀ ਕਵਿਤਾ, ਕਵਿਤਾ ਪੜ੍ਹ ਕੇ ਹੋਰ ਲਿਖੀ ਤੂੰ, ਹੋਰ ਸੁਚੱਜੀ ਕਵਿਤਾ, ਹੋਰ ਨੂੰ ਪੜ੍ਹ ਕੇ ਹੋਰ ਲਿਖੀ ਤੂੰ, ਹੋਰ ਨੂੰ ਪੜ੍ਹ ਕੇ ਹੋਰ ਲਿਖੀ ਤੂੰ, ਲਿਖਦਾ ਜਾਵੀਂ ਜਦ ਤੱਕ ਸਾਡੀ ਧਰਤੀ ਉੱਤੇ ਰਾਜ ਨਹੀਂ ਕਰਦੀ ਕਵਿਤਾ, ਜਦ ਤੱਕ ਸਾਡੀ ਧਰਤੀ ਉੱਤੇ ਰਾਜ ਨਹੀਂ ਕਰਦੀ। ਨਵੀਂ ਗੱਲ, ਬਹੁਤ ਵਧੀਆ, ਬਹੁਤ ਵਧੀਆ। ਹਾਂਜੀ, ਤੇ ਜਿਹੜੀ ਤੁਸੀਂ ਗੱਲ ਵੀ ਕਵਿਤਾ ਬਾਰੇ ਵੀ ਤੁਸੀਂ ਕਿਵੇਂ ਲਿਖਦੇ ਆ, ਤੇ ਇਹ ਮੇਰੀਆਂ ਥੋੜੀਆਂ ਜਿਹੀਆਂ ਸਤਰਾਂ ਦੇ ਵਿੱਚ ਉਹ ਗੱਲ ਆ ਜਾਣੀ ਆ ਜੀ। ਮੈਂ ਕਵਿਤਾ ਲਿਖਦੀ ਹਾਂ, ਸ਼ੁਰੂ ਕਰਦੀ ਹਾਂ, ਪੂਰੀ ਕਰਦੀ ਹਾਂ। ਮੈਂ ਕਵਿਤਾ ਲਿਖਦੀ ਹਾਂ, ਸ਼ੁਰੂ ਕਰਦੀ ਹਾਂ, ਪੂਰੀ ਕਰਦੀ ਹਾਂ, ਪਰ ਹਰ ਕਵਿਤਾ ਦੇ ਪੂਰੇ ਹੋਣ ਤੇ ਅਕਸਰ ਆਖਦੀ ਹਾਂ
ਅਜੇ ਬਹੁਤ ਕੁਝ ਬਾਕੀ ਹੈ ਕਹਿਣ ਲਈ ਜੋ ਮੈਨੂੰ ਕਹਿਣਾ ਨਹੀਂ ਆਉਂਦਾ। ਅਜੇ ਬਹੁਤ ਕੁਝ ਬਾਕੀ ਹੈ ਕਹਿਣ ਲਈ ਜੋ ਮੈਨੂੰ ਕਹਿਣਾ ਨਹੀਂ ਆਉਂਦਾ, ਜਾਂ ਜਿਸ ਦੇ ਕਹਿਣ ਲਈ ਮੈਨੂੰ ਕੋਈ ਸ਼ਬਦ ਨਹੀਂ ਆਉਂਦਾ। ਕੁਝ ਕਹਿਣ ਦੇ ਯਤਨ ਵਿੱਚ ਮੈਂ ਸ਼ਬਦਾਂ ਪਿੱਛੇ ਭੱਜ ਪੈਂਦੀ ਹਾਂ। ਕੁਝ ਕਹਿਣ ਦੇ ਯਤਨ ਵਿੱਚ ਮੈਂ ਸ਼ਬਦਾਂ ਪਿੱਛੇ ਭੱਜ ਪੈਂਦੀ ਹਾਂ। ਹੱਥ ਆਏ ਜੋੜ ਸ਼ਬਦਾਂ ਨੂੰ ਜੋੜ ਸਤਰਾਂ ਬਣਾਉਂਦੀ ਹਾਂ, ਤੇ ਸਤਰਾਂ ਨੂੰ ਜੋੜ ਕਵਿਤਾ ਬਣਾਉਂਦੀ ਹਾਂ, ਤੇ ਇਸੇ ਤਰ੍ਹਾਂ ਅਧੂਰੇ ਨੂੰ ਪੂਰਾ ਕਰਨ ਲਈ ਭੱਜਦੀ ਰਹਿੰਦੀ ਹਾਂ ਸ਼ਬਦਾਂ ਦੇ ਪਿੱਛੇ। ਬਹੁਤ ਖੂਬ, ਬਹੁਤ ਖੂਬ, ਬਹੁਤ ਵਧੀਆ। ਇੱਕ ਭੈਣ ਜੀ ਗੱਲ ਹੈਗੀ ਆ, ਕਹਿ ਲਓ ਵੀ ਪਰਦੇ ਦੀ, ਇਹ ਸੁਰਿੰਦਰ ਗਿੱਲ, ਸੁਰਿੰਦਰ ਗੀਤ, ਇਹ ਸੁਰਿੰਦਰ ਗਿੱਲ ਤੋਂ ਸੁਰਿੰਦਰ ਗੀਤ ਕਿਵੇਂ ਬਣ ਗਿਆ ਜੀ ਤੁਸੀਂ? ਹਾਂਜੀ ਤੁਸੀਂ ਹਾਂਜੀ, ਇੱਕ ਕਹਾਣੀ ਹੈ ਜੀ ਇਹ, ਤੁਸੀਂ ਕਹਿ ਲਓ ਸੁਰਿੰਦਰ ਗਿੱਲ, ਸੁਰਿੰਦਰ ਕੌਰ ਗਿੱਲ ਦੇ ਨਾਂ ਥੱਲੇ ਮੈਂ ਕਵਿਤਾ ਇੰਡੋ ਕੈਨੇਡੀਅਨ ਟਾਈਮਜ਼ ਵਿੱਚ ਛਪਾਉਂਦੀ ਰਹੀ ਸੀਗੀ। ਤੇ ਜਦੋਂ ਮੇਰੀ ਪਹਿਲੀ ਕਿਤਾਬ ਜਿਹੜੀ ਤੁਰੀ ਸਾਂ, ਮੈਂ ਉੱਥੋਂ ਮੈਂ ਉਹ ਕਿਤਾਬ ਦਾ ਖਰੜਾ ਲੈ ਗਈ, ਤੇ ਮੈਂ ਵੀਰ ਜੀ ਨੂੰ, ਡਾਕਟਰ ਸੁਰਜੀਤ ਪਾਤਰ ਨੂੰ, ਮੈਂ ਉਹਨਾਂ ਨੂੰ ਦਿੱਤਾ ਉਹ ਛਪਾਉਣ ਵਾਸਤੇ। ਉਦੋਂ ਮੈਨੂੰ ਕੁਝ ਪਤਾ ਨਹੀਂ ਸੀ ਕਿਤਾਬ ਕਿਵੇਂ ਬਣਦੀ ਹੈ। ਮੈਂ ਜਸਟ ਉਹਨਾਂ ਦੇ ਮੂਹਰੇ ਰੱਖਤੀਆਂ, ਉਹਨਾਂ ਨੇ ਥੋੜ੍ਹੀਆਂ ਪੜ੍ਹੀਆਂ, ਤੇ ਉਦੋਂ ਛੁੱਟੀ ਤੇ ਸੀਗੇ, PhD ਕਰ ਰਹੇ ਸੀ ਆਪਣੀ। ਤੇ ਉਹ ਮੇਰੀ ਜਿਹੜਾ ਖਰੜਾ ਸੀ ਉਹ ਜਲੰਧਰ ਲੈ ਗਏ, ਤੇ ਉੱਥੋਂ ਉਹਨਾਂ ਨੇ ਮੈਨੂੰ, ਮੈਂ ਫੋਨ ਕੀਤਾ ਦੂਜੇ ਦਿਨ ਵੀ ਵੀਰ ਜੀ ਮੇਰਾ ਨਾਂ ਕੀ ਦਿੱਤਾ ਕਵਿਤਾ ਤੇ, ਸੁਰਿੰਦਰ ਕੌਰ ਗਿੱਲ ਕਿ ਸੁਰਿੰਦਰ ਗਿੱਲ? ਉਹ ਕਹਿੰਦੇ ਸੁਰਿੰਦਰ ਗੀਤ। ਤੇ ਹਾਂਜੀ, ਉਹਨਾਂ ਨੇ ਮੈਨੂੰ ਨਾਮ ਦੇਤਾ। ਇਸ ਤੋਂ ਪਹਿਲਾਂ ਇੱਕ ਹੋਰ ਘਟਨਾ ਵੀ ਹੋਈ। ਉਦੋਂ ਨਾ ਈਮੇਲ ਜਾਂ ਫੋਨ ਵਗੈਰਾ ਬਹੁਤੇ ਨਹੀਂ ਸੀ ਹੁੰਦੇ, ਤੇ ਉਹਨਾਂ ਨੇ, ਮੈਂ ਵੀਰ ਜੀ ਨੂੰ ਚਿੱਠੀ ਲਿਖੀ ਸੀ, ਤੇ ਉਹਨਾਂ ਨੇ ਉਹ ਜਵਾਬ ਦੇ ਵਿੱਚ ਜਿਹੜੀ ਮੈਨੂੰ ਚਿੱਠੀ ਲਿਖੀ, ਤੇ ਉਹਦੇ ਤੇ ਉਹਨਾਂ ਨੇ ਮੇਰਾ ਨਾਮ ਗੀਤ ਲਿਖਿਆ। ਤੇ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਵੀਰ ਜੀ ਮੇਰਾ ਨਾਮ ਗੀਤ ਨਹੀਂ, ਮੈਂ ਗਿੱਲ ਹਾਂ। ਮੈਂ ਸੋਚਿਆ ਵੀ ਇਹਨਾਂ ਨੂੰ ਪਤਾ ਹੀ ਨਹੀਂ ਵੀ ਮੈਂ ਗਿੱਲ ਹਾਂ ਤੇ ਗੀਤ ਹਾਂ। ਤੇ ਉਹ ਕਹਿੰਦੇ ਹਾਂ ਮੈਨੂੰ ਪਤਾ ਨਾ, ਤੇ ਬਸ ਇੰਨਾ ਹੀ ਉਹਨਾਂ ਨੇ ਕਿਹਾ। ਤੇ ਫਿਰ ਮੇਰੀ ਤੇ ਬਸ ਇੱਥੇ ਗੱਲ ਖਤਮ ਹੋ ਗਈ। ਤੇ ਉਸ ਤੋਂ ਬਾਅਦ ਜਦੋਂ ਮੇਰੀ ਕਿਤਾਬ ਉਹਨਾਂ ਨੇ ਛਾਪਣੀ ਦਿੱਤੀ, ਤੇ ਉਹਦੇ ਤੇ ਮੇਰਾ ਨਾਮ ਉਹਨਾਂ ਨੇ ਗੀਤ ਲਿਖ ਦਿੱਤਾ। ਤੇ ਮੈਂ ਉਸ ਤੋਂ ਫਿਰ ਮੈਂ ਭਾਵਕ ਵੀ ਬੜੀ ਹੋਈ। ਤੇ ਫਿਰ ਮੈਂ ਕਿ ਚਲਦੇ ਚਲਦੇ ਜੇ ਗੀਤ ਲਿਖਿਆ ਸੀ, ਗੀਤ ਨਾ ਕਹਿ ਮੈਂ ਗੀਤ ਨਹੀਂ ਹਾਂ। ਤੇ ਮੈਨੂੰ ਲੱਗਿਆ ਵੀ ਮੈਂ ਇੰਨੀ ਇਮੋਸ਼ਨਲ ਹੋ ਗਈ ਜੀ। ਮੈਂ 2-3 ਦਿਨ ਗੀਤ ਨਾ ਕਹਿ ਮੈਂ ਗੀਤ ਨਹੀਂ ਹਾਂ, ਗੀਤ ਨਾ ਕਹਿ ਮੈਂ ਗੀਤ ਨਹੀਂ ਹਾਂ। ਮੈਂ ਇਸ ਤਰ੍ਹਾਂ ਹੀ ਕਰਦੀ ਰਹੀ ਵੀ ਮੈਂ ਗੀਤ, ਵੀ ਇੱਕ ਡਾਕਟਰ ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ ਜੀ। ਸੁਰਿੰਦਰ ਗਿੱਲ ਤੋਂ ਸੁਰਿੰਦਰ ਗੀਤ ਤੱਕ ਦਾ ਸਫ਼ਰ ਤੁਸੀਂ ਦੱਸਿਆ ਹੈਗਾ। ਤੁਹਾਡੇ ਗੀਤ ਗੂੰਜਦੇ ਰਹਿਣ ਜੀ, ਇਹ ਸਾਡੀਆਂ ਦੁਆਵਾਂ ਹੈਗੀਆਂ, ਸਾਡੀ ਇੱਛਾ ਹੈਗੀ ਆ। ਔਰ ਅਸੀਂ ਚਾਹਾਂਗੇ ਕਿ ਤੁਹਾਡੇ ਗੀਤ ਜਿਹੜੇ ਆ, ਜਿਵੇਂ ਤੁਸੀਂ ਉਹ ਗੀਤ ਮੈਨੂੰ ਵਾਰ-ਵਾਰ ਮੇਰੇ ਕੰਨਾਂ 'ਚ ਗੂੰਜਦਾ, ਔਰ ਉਹ ਕੁੜੀ ਨੇ ਇੰਡੀਆ ਤੋਂ ਹਰਿੰਦਰ ਨੇ ਗਾਇਆ ਸੀ, ਹਾਂਜੀ ਹੱਕ ਮੰਗਦੇ ਹਾਕਮਾਂ ਤੇਥੋਂ। ਹਾਂਜੀ, ਉਹ ਬਹੁਤ ਖੂਬਸੂਰਤ ਗੀਤ। ਤੁਸੀਂ ਇਹੋ ਜਿਹੇ ਗੀਤ ਲਿਖਦੇ ਰਹੋ ਜੀ, ਤੁਹਾਡੀ ਕਲਮ ਨੂੰ ਬਲ ਮਿਲੇ, ਤੁਹਾਡੀ ਹੋਰ ਜਿਹੜੀਆਂ ਤੁਹਾਡੇ ਮਨ ਵਿੱਚ ਵਿਚਾਰ ਆਉਣ, ਤੁਹਾਡੀ ਵੇਦਨਾ ਜਿਹੜੀ ਆ ਉਹ ਆਮ ਲੋਕਾਂ ਤੱਕ ਪਹੁੰਚੇ। ਤੁਹਾਡਾ ਜਿਹੜਾ ਇਹ ਵਜੂਦ ਹੈ ਉਹ ਦੁਨੀਆ ਦੇ ਹਰ ਘਰ ਦੇ ਵਿੱਚ ਪਹੁੰਚੇ, ਤੇ ਪੰਜਾਬੀ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ, ਪੰਜਾਬੀ ਸਾਹਿਤ ਨੂੰ ਪਿਆਰ ਕਰਦੇ, ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਆ, ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੇ ਇਹ ਗੀਤ ਗੂੰਜਣ, ਉਹਨਾਂ ਦੇ ਟੇਬਲਾਂ ਦੇ ਉੱਤੇ ਤੁਹਾਡੀਆਂ ਕਿਤਾਬਾਂ ਸ਼ਿੰਗਾਰ ਬਣਨ। ਇਹ ਸਾਡੀ ਇੱਛਾ ਜੀ, ਇਹ ਸਾਡੀ ਕਾਮਨਾ। ਇਹਦੇ ਨਾਲ ਵੀ ਕਦੀ ਫਿਰ ਮੌਕਾ ਮਿਲਿਆ ਤੇ ਭੈਣ ਜੀ ਲੰਬੀਆਂ ਚੌੜੀਆਂ ਹੋਰ ਗੱਲਾਂ ਕਰਾਂਗੇ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਠੀਕ ਹੈ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਥੈਂਕ ਯੂ। ਸ਼ੁਕਰੀਆ ਜੀ।